ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਬੜੇ ਟਿਕਾਊ ਇਕਾਗਰਤਾ ਦੇ ਨਾਲ ਸ਼ਰਵਣ ਕੀਤਾ ਹੈ। ਆਓ ਮਨੋਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਰਲ ਮਿਲ ਕੇ ਗੁਰ ਇਤਿਹਾਸ ਦੇ ਵਿਚਾਰ ਕਰੀਏ। ਕਿਉਂਕਿ ਅੱਜ ਦੋ ਸਿੱਖ ਧਰਮ ਵਾਸਤੇ ਬੜੇ ਮਹੱਤਵਪੂਰਨ ਦਿਹਾੜੇ ਹਨ। ਪਹਿਲਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ। ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਜੁਗੋ ਜੁਗ ਅਟਲ ਦਾਤਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਖਸ਼ੀ। ਦੂਸਰਾ ਜੋ ਅੱਜ ਦਾ ਦਿਨ ਹੈ, ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਭਾਗਾਂ ਵਾਲਿਓ, ਪੁਰਾਣਾ ਸਮਾਂ ਸੀ ਜਿਸ ਸਮੇਂ ਨਾ ਕੋਈ ਸਿਰ 'ਤੇ ਪੱਗ ਬਣ ਸਕਦਾ ਸੀ। ਇਹ ਸਰਦਾਰੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਖਸ਼ੀਆਂ। ਪਰਿਵਾਰ ਵਾਰ ਦਿੱਤਾ ਤੇ ਭਾਗਾਂ ਵਾਲਿਓ ਆਪਾ ਵੀ ਗੁਰੂ ਨੇ ਵਾਰ ਦਿੱਤਾ। ਅਸੀਂ ਪੱਗਾਂ ਫਿਰ ਨਹੀਂ ਸੰਭਾਲੀਆਂ। ਅਸੀਂ ਉਹਨਾਂ ਨਵਾਬਾਂ ਦੇ ਨੌਕਰਾਂ ਦੇ ਵਾਂਗੂ ਕੰਮ ਕਰਦੇ ਹੁੰਦੇ ਸਾਂ। ਇੱਕ ਓੜਾ ਵੀ ਕਿਸੇ ਦੇ ਨਾਮ ਜ਼ਮੀਨ ਦਾ ਨਹੀਂ ਸੀ ਹੁੰਦਾ। ਸਾਨੂੰ ਇਤਿਹਾਸ ਦਾ ਨਹੀਂ ਪਤਾ। ਅਸੀਂ ਭਾਗਾਂ ਵਾਲਿਓ ਹੋਰ ਵੱਡੇ ਦਿਨ ਮਨਾਉਣ ਤੁਰ ਪੈਂਦੇ ਹਾਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਸਾਨੂੰ ਪ੍ਰਕਾਸ਼ ਦਿਹਾੜੇ, ਗੁਰਤਾ ਗੱਦੀ ਦਿਵਸ, ਜੋਤੀ ਜੋਤ ਦਿਵਸ ਜਾਂ ਗੁਰਮੁਖੋ ਉਹ ਸਿੱਖ ਜਰਨੈਲ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ, ਉਹ ਰਤਨ, ਉਹ ਕੀਮਤੀ ਹੀਰੇ ਜਿਨ੍ਹਾਂ ਨੇ ਭਾਗਾਂ ਵਾਲਿਓ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਗੇਮ ਘੁਮਾ ਦਿੱਤੀ ਤੇ ਮੁਗਲਾਂ ਨੂੰ ਇਸ ਸੰਸਾਰ, ਇਸ ਦੁਨੀਆ ਦੇ ਵਿੱਚੋਂ ਭਜਾਇਆ। ਮੁਗਲਾਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਭਜਾਇਆ ਤੇ ਭਾਗਾਂ ਵਾਲਿਓ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਬੈਠ ਕੇ ਜਿਹੜਾ ਜਿੰਨੀ ਜ਼ਮੀਨ ਵਾਹ ਰਿਹਾ ਸੀ, ਵੇਖੋ ਖੇਤੀਬਾੜੀ ਸਾਰੀ ਆਮ ਲੋਕਾਂ ਤੋਂ ਕਰਵਾ ਲੈਂਦੇ, ਪਰ ਉਹਨਾਂ ਨੂੰ ਥੋੜ੍ਹਾ ਬਹੁਤਾ ਰਾਸ਼ਨ ਦੇ ਕੇ ਬਾਕੀ ਸਾਰਾ ਉਹਨਾਂ ਨਵਾਬਾਂ ਦੇ ਖਜ਼ਾਨਿਆਂ ਵਿੱਚ ਜਾਂਦਾ ਸੀ। ਤੇ ਸਾਨੂੰ ਸਰਦਾਰੀਆਂ ਬਖਸ਼ੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਜਾਇਦਾਦਾਂ ਦੇ ਮਾਲਕ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਕਿਲ੍ਹੇ ਦੇ ਵਿੱਚ ਬੈਠ ਕੇ ਇੰਤਕਾਲ ਲਿਖੇ ਗਏ ਤੇ ਗੁਰਮੁਖੋ ਜਿਹੜੀ ਜ਼ਮੀਨ ਜਿਤਨੀ ਮਨੁੱਖ ਵਾਹ ਰਿਹਾ ਸੀ, ਉਸ ਜ਼ਮੀਨ ਦਾ ਉਸ ਨੂੰ ਮਾਲਕ ਬਣਾ ਦਿੱਤਾ। ਸਾਨੂੰ ਬੜੇ ਵਿਸ਼ੇਸ਼ ਰੂਪ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨਾ ਚਾਹੀਦਾ ਹੈ। ਸਾਨੂੰ ਉਹ ਦਿਨ ਮਨਾਉਣੇ ਚਾਹੀਦੇ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਹੈ। ਆਓ ਰਲ ਮਿਲ ਕੇ ਸੰਖੇਪ ਜੀ ਇਤਿਹਾਸ ਦੀ ਵਿਚਾਰ ਸਾਂਝੀ ਕਰੀਏ, ਕਿਉਂਕਿ ਇਤਿਹਾਸ ਬੜਾ ਲੰਬੇਰਾ ਹੈ। ਆਪਾਂ ਦੋਨੋਂ ਪੱਖ ਵਿਚਾਰਨੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਦਿਵਸ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜਪੂਤ ਘਰਾਣੇ ਦੇ ਵਿੱਚ ਜਨਮ ਹੋਇਆ। ਇਹਨਾਂ ਦਾ ਜਨਮ 1670 ਦੇ ਵਿੱਚ ਹੁੰਦਾ ਹੈ। ਇਹਨਾਂ ਦੇ ਪਿਤਾ ਦਾ ਨਾਮ ਰਾਮਦੇਵ ਆਇਆ ਹੈ, ਪਰ ਮਾਤਾ ਦਾ ਨਾਮ ਇਤਿਹਾਸ ਦੇ ਵਿੱਚ ਨਹੀਂ ਆਇਆ। ਤੇ ਭਾਗਾਂ ਵਾਲਿਓ ਛੋਟੀ ਉਮਰਾਂ ਦੇ ਵਿੱਚ, ਕਿਉਂਕਿ ਹਰ ਮਾਂ ਬਾਪ ਦਾ ਆਪਣੇ ਪੁੱਤਰ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਫਰਜ਼ ਹੁੰਦਾ ਹੈ। ਮਾਂ ਬਾਪ ਨੇ ਬੜੇ ਲਾਡਾਂ ਪਿਆਰਾਂ ਦੇ ਨਾਲ ਪਾਲਿਆ। ਰਾਜਪੂਤ ਘਰਾਣੇ ਦੇ ਵਿੱਚ ਹਰ ਬੱਚਾ ਸ਼ਿਕਾਰ ਕਰਦਾ ਹੈ। ਮਾਂ ਬਾਪ ਨੂੰ ਵੀ ਸੀ ਸਾਡਾ ਬੱਚਾ ਸ਼ਿਕਾਰ ਕਰੇ, ਆਪਣੇ ਸਾਥੀਆਂ ਦੇ ਨਾਲ ਸ਼ਿਕਾਰ ਕਰਨ ਵਾਸਤੇ ਜਾਂਦਾ ਹੈ। ਇਹਨਾਂ ਦਾ ਬਚਪਨ ਦਾ ਨਾਮ ਰਾਮਦੇਵ ਹੈ, ਲਛਮਣ ਦੇਵ ਹੈ ਇਹਨਾਂ ਦਾ ਬਚਪਨ ਦਾ ਨਾਮ। ਮਾਫ ਕਰਨਾ, ਰਾਮਦੇਵ ਇਹਨਾਂ ਦੇ ਪਿਤਾ ਦਾ ਨਾਮ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਬਚਪਨ ਦਾ ਲਛਮਣ ਦੇਵ ਹੈ। ਤੇ ਭਾਗਾਂ ਵਾਲਿਓ ਜੰਗਲ ਵਿੱਚ ਗਏ, ਹਿਰਨੀ ਦਾ ਸ਼ਿਕਾਰ ਕੀਤਾ। ਜਦ ਹਿਰਨੀ ਦੇ ਤੀਰ ਮਾਰਿਆ, ਕਿਉਂਕਿ ਸਰੀਰ ਬੜਾ ਬਲਵਾਨ ਹੈ, 14 ਸਾਲਾਂ ਦੀ ਉਸ ਵਕਤ ਇਹਨਾਂ ਦੀ ਉਮਰ ਹੈ। ਸਰੀਰ ਦੇ ਬੜੇ ਹੱਡਾਂ ਪੈਰਾਂ ਦੇ ਖੁੱਲ੍ਹੇ ਨੇ।
14 ਸਾਲਾਂ ਦੀ ਉਮਰਾਂ ਦੇ ਵਿੱਚ ਜਦੋਂ ਸ਼ਿਕਾਰ ਖੇਡਣ ਗਏ, ਹਰ ਰੋਜ਼ ਜਾਂਦੇ ਸਨ, ਪਰ ਅੱਜ ਦੀ ਜੋ ਘਟਨਾ ਹੋਈ, ਇਸ ਘਟਨਾ ਨੇ ਹਿਰਦਾ ਵਲੂੰਦਰ ਦਿੱਤਾ। ਇਸ ਘਟਨਾ ਨੇ ਸਾਰੇ ਜੀਵਨ ਦੀ ਕਾਇਆ ਪਲਟ ਦਿੱਤੀ। ਜਦੋਂ ਤੀਰ ਬੜੇ ਜੋਸ਼ ਦੇ ਵਿੱਚ ਮਾਰਿਆ, ਹਿਰਨੀ ਦੇ ਪੇਟ ਦੇ ਵਿੱਚ ਦੀ ਹੁੰਦਾ ਹੋਇਆ ਚੀਰ, ਵੇਖੋ ਪੇਟ ਨੂੰ ਚੀਰ ਦਿੱਤਾ, ਤੀਰ ਅਗਾਂਹ ਲੰਘ ਗਿਆ, ਹਿਰਨੀ ਥੱਲੇ ਤੜਫਦੀ ਹੋਈ ਡਿੱਗੀ। ਜਦ ਇਹ ਪਾਸ ਆ ਕੇ ਕੀ ਤੱਕ ਰਹੇ ਹਨ, ਵੇਖੋ ਉਸ ਹਿਰਨੀ ਦੇ ਬੱਚੇ ਜੋ ਪੇਟ ਵਿੱਚ ਪਲ ਰਹੇ ਸਨ, ਹਿਰਨੀ ਦੇ ਪਾਸ ਆਏ, ਦੋਨੋਂ ਬੱਚੇ ਤੜਫ ਕੇ ਮਰ ਗਏ, ਹਿਰਨੀ ਤੜਫ ਕੇ ਮਰ ਗਈ। ਮਨ ਅੰਦਰ ਬੈਰਾਗ ਆ ਗਿਆ, ਮਨ ਅੰਦਰ ਟਿਕਾਓ ਨਹੀਂ, ਮਨ ਅੰਦਰ ਗੁਰਮੁਖੋ ਇਹ ਤਰਸ ਆਇਆ, ਮੈਂ ਕਿਉਂ ਕੀਤਾ, ਮੈਂ ਨਿਰਜੀਵ ਦੀ ਹੱਤਿਆ ਕਿਉਂ ਕੀਤੀ, ਮੈਂ ਇਸ ਜੀਵ ਨੂੰ ਕਿਉਂ ਮਾਰਿਆ, ਕਿਉਂ ਇਹ ਪਸ਼ੂ ਮੈਂ ਮਾਰ ਦਿੱਤਾ। ਤੇ ਭਾਗਾਂ ਵਾਲਿਓ, ਥੋੜ੍ਹੇ ਜਿਹੇ ਸਮੇਂ ਬਾਅਦ ਇਹਨਾਂ ਦੇ ਨਗਰ ਵਿੱਚ ਇੱਕ ਸਾਧੂਆਂ ਦਾ ਟੋਲਾ ਆਇਆ, ਤੇ ਇੱਕ ਸਾਧੂ ਜੋ ਪ੍ਰਚਾਰ ਕਰ ਰਿਹਾ ਸੀ, ਜਾਨਕੀ ਦਾਸ, ਉਸ ਸਾਧੂ ਦੇ ਬੋਲਾਂ ਤੋਂ ਬੜਾ ਪ੍ਰਭਾਵਿਤ ਹੋਇਆ। ਉਹਨਾਂ ਸਾਧੂਆਂ ਦੇ ਨਾਲ ਚਲਾ ਗਿਆ, ਘਰ-ਬਾਰ ਸਭ ਕੁਝ ਛੱਡ ਦਿੱਤਾ। ਦਿਮਾਗ ਬੜਾ ਹੈ, ਸਰੀਰ ਅੰਦਰ ਤਾਕਤ ਬੜੀ ਹੈ। ਉਹ ਸਾਧੂ ਜਦੋਂ ਅੱਗੇ ਚਲੇ ਗਏ, ਕਿਉਂਕਿ ਉਹਨਾਂ ਦਾ ਕੰਮ ਸੀ ਪਿੰਡ ਜਾਣਾ, ਅੱਗੇ ਚਲੇ ਗਏ। ਅੱਗੇ ਜਾਂਦੇ ਤੇ ਉਹ ਸਾਧੂ ਨੇ ਇਸ ਦਾ ਨਾਮ ਬਦਲ ਕੇ ਮਾਧੋ ਦਾਸ ਬੈਰਾਗੀ ਰੱਖ ਦਿੱਤਾ, ਕਿਉਂਕਿ ਬੈਰਾਗ ਦੇ ਵਿੱਚ ਰਹਿੰਦੇ ਸਨ, ਮਾਧੋ ਦਾਸ ਨਾਮ ਰੱਖ ਦਿੱਤਾ। ਉਸ ਤੋਂ ਬਾਅਦ ਗੁਰਮੁਖੋ ਥੋੜ੍ਹਾ ਸਮਾਂ ਇਹਨਾਂ ਦੇ ਪਾਸ ਰਹੇ। ਇਹਨਾਂ ਦੇ ਪਾਸ ਰਹਿਣ ਤੋਂ ਬਾਅਦ ਇਹਨਾਂ ਦਾ ਜੋ ਅਗਲਾ ਜੋ ਜੀਵਨ ਹੈ, ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਇੱਕ ਰਾਮ ਜੀ ਦਾਸ, ਉਸ ਦੇ ਬੋਲਾਂ ਤੋਂ ਬੜੇ ਪ੍ਰਭਾਵਿਤ ਹੋਏ। ਸਾਲ ਡੇਢ ਸਾਲ ਇਹਨਾਂ ਦੇ ਪਾਸ ਰੁਕੇ, ਉਹਨਾਂ ਦੇ ਬੋਲਾਂ ਤੋਂ ਬੜੇ ਪ੍ਰਭਾਵਿਤ ਹੋਏ। ਫਿਰ ਦੂਜਾ ਗੁਰੂ ਧਾਰ ਲਿਆ, ਰਾਮ ਜੀ ਦਾਸ ਇਤਿਹਾਸ ਵਿੱਚ ਨਾਮ ਆਇਆ ਹੈ। ਇਹ ਗੁਰੂ ਧਾਰਿਆ, ਥੋੜ੍ਹਾ ਜਿਹਾ ਸਮਾਂ ਇਹਨਾਂ ਦੇ ਪਾਸ ਰਹੇ, ਪਰ ਅੰਦਰ ਉਹ ਟਿਕਾਓ ਨਹੀਂ ਸੀ ਆ ਰਿਹਾ, ਅੰਦਰ ਮਨ ਨਹੀਂ ਸੀ ਖੜ ਰਿਹਾ, ਜਿਹੜਾ ਬੈਰਾਗ ਅੰਦਰ ਸੀ, ਸੰਤੁਸ਼ਟੀ ਨਹੀਂ ਸੀ ਹੋ ਰਹੀ। ਥੋੜ੍ਹਾ ਸਮਾਂ ਇਹਨਾਂ ਦੇ ਪਾਸ ਰਹੇ। ਇਹਨਾਂ ਦੇ ਪਾਸ ਰਹਿਣ ਤੋਂ ਬਾਅਦ ਇਹਨਾਂ ਦੀ ਤੀਜੀ ਜੋ ਮੁਲਾਕਾਤ ਹੁੰਦੀ ਹੈ, ਔਗੜਨਾਥ ਦੇ ਨਾਲ ਹੁੰਦੀ ਹੈ। ਤੇ ਗੁਰਮੁਖੋ ਇਤਿਹਾਸ ਵਿੱਚ ਤੀਜਾ ਜੋ ਗੁਰੂ ਦਾ ਨਾਮ ਆਇਆ ਹੈ, ਜੋ ਇਹਨਾਂ ਧਾਰਨ ਕੀਤੇ, ਔਗੜਨਾਥ ਹੈ। ਤੋ ਔਗੜਨਾਥ ਕਰਾਮਾਤਾਂ ਦਾ ਬੜਾ ਧਨੀ ਸੀ। ਇਸ ਦੇ ਪਾਸ ਇੱਕ ਕਿਤਾਬ ਸੀ ਜਿਸ ਦੇ ਵਿੱਚ ਕਰਾਮਾਤਾਂ ਦੀ ਵਿਧੀ ਦੱਸੀ ਹੋਈ ਸੀ। ਔਗੜਨਾਥ ਦਾ ਡੇਰਾ ਬੜਾ ਵੱਡਾ ਸੀ, ਚੇਲੇ ਬੜੇ ਸਨ। ਗੋਦਾਵਰੀ ਦੇ ਕੰਢੇ ਡੇਰਾ ਬਣਾਇਆ ਹੋਇਆ ਹੈ, ਬੜਾ ਵੱਡਾ ਹੈ, ਚੇਲੇ ਬੜੇ ਨੇ। ਇਲਾਕੇ ਦੇ ਵਿੱਚ ਆਪਣੀ ਪੂਰੀ ਦਹਿਸ਼ਤ ਫੈਲਾਈ ਹੋਈ ਹੈ ਕਰਾਮਾਤਾਂ ਕਰਕੇ। ਥੋੜ੍ਹੇ ਜਿਹੇ ਸਮੇਂ ਬਾਅਦ ਔਗੜਨਾਥ ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕਰ ਗਿਆ ਤੇ ਉਹ ਕਿਤਾਬ ਵੀ ਇਸ ਦੇ ਹੱਥ ਵਿੱਚ ਆਈ ਤੇ ਕਰਾਮਾਤਾਂ ਥੋੜ੍ਹੀਆਂ ਇਸ ਨੇ ਆਪਣੇ ਜੀਵਨ ਵਿੱਚ ਲੈ ਆਂਦੀਆਂ। ਤੇ ਭਾਗਾਂ ਵਾਲਿਓ, ਉਸ ਡੇਰੇ ਦਾ ਇਹ ਮਾਲਕ ਬਣ ਗਿਆ। ਬਣੇ ਬਣਾਏ ਇਸ ਨੂੰ ਚੇਲੇ ਵੀ ਮਿਲ ਗਏ। ਵੇਖੋ, ਜਿਹੜਾ ਕੱਲ੍ਹ ਇੱਕ ਪਸ਼ੂ ਦੇ ਮਰਨ ਤੇ ਮਨ ਵਿੱਚ ਅਫਸੋਸ ਕਰਦਾ ਹੈ, ਅੱਜ ਉਹ ਲੋਕਾਂ ਨੂੰ, ਉਹਨਾਂ ਸਾਧੂਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵੱਡਾ ਆਸਣ ਲਾਇਆ, ਉਸ ਆਸਣ ਦੇ ਉੱਪਰ ਜੋ ਸਾਧੂ ਆਉਂਦਾ ਹੈ, ਉਹਨਾਂ ਨੂੰ ਉਸ ਆਸਣ 'ਤੇ ਬਿਠਾ ਲੈਂਦਾ ਹੈ ਤੇ ਆਪਣੀਆਂ ਕਰਾਮਾਤਾਂ ਦੇ ਨਾਲ, ਆਪਣੀਆਂ ਸ਼ਕਤੀਆਂ ਦੇ ਨਾਲ ਉਸ ਆਸਣ ਨੂੰ ਮੁੱਦਾ ਮਾਰ ਦਿੰਦਾ ਹੈ। ਫਿਰ ਤਾੜੀ ਮਾਰ ਕੇ ਹੱਸਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦ ਇੱਧਰ ਆਏ, ਇਸ ਇਲਾਕੇ ਆਏ, ਇਸ ਦੇ ਪਾਸ ਰੁਕੇ। ਪਹਿਲੋਂ ਦਾਦੂ ਦੇ ਡੇਰੇ ਦੇ ਵਿੱਚ ਪਾਤਸ਼ਾਹ ਜੀ ਗਏ, ਉੱਥੇ ਵਹਿਮ ਭਰਮ ਗੁਰੂ ਨੇ ਦੂਰ ਕੀਤੇ। ਔਰ ਦਾਦੂ ਦੇ ਡੇਰੇ ਤੋਂ ਹੁੰਦਿਆਂ ਬਾਅਦ ਇਸ ਦੇ ਡੇਰੇ ਵਿੱਚ ਆਏ। ਜੋ ਦਾਦੂ ਦੇ ਡੇਰੇ ਵਿੱਚ ਉਸ ਵਕਤ ਗੱਦੀ ਨਾਸ਼ੀਨ ਹੈ, ਉਸ ਨੇ ਗੁਰੂ ਨੂੰ ਕਿਹਾ, ਪਾਤਸ਼ਾਹ ਜੀ ਤੁਸੀਂ ਇਸ ਪਾਸੇ ਨਾ ਜਾਇਓ, ਗੋਦਾਵਰੀ ਦੇ ਕੰਢੇ ਨਾ ਜਾਇਓ, ਇਸ ਪਾਸੇ ਜਾਓਗੇ ਤੇ ਉਹ ਬੜਾ ਖਤਰਨਾਕ ਹੈ। ਮਾਧੋ ਦਾਸ ਬੈਰਾਗੀ ਦੇ ਡੇਰੇ ਦੇ ਵਿੱਚ ਚਲੇ ਵੀ ਗਏ, ਉਸ ਪਲੰਗ ਤੇ ਨਾ ਬੈਠਿਓ, ਤੇ ਉਹ ਪਲੰਗ ਪਲਟਾ ਦਿੰਦਾ ਹੈ। ਤੇ ਗੁਰੂ ਕਹਿ ਰਿਹਾ ਹੈ, ਐਸੇ ਤਖਤ ਤੇ ਐਸੇ ਪਲੰਗ ਪਲਟਾਉਣ ਵਾਲਾ ਸਾਨੂੰ ਚਾਹੀਦਾ ਹੈ। ਪਾਤਸ਼ਾਹ ਜੀ ਇਸ ਦੇ ਡੇਰੇ ਵਿੱਚ ਗਏ। ਇਸ ਦੇ ਡੇਰੇ ਵਿੱਚ ਜਾ ਕੇ ਵੱਡੇ ਚੇਲੇ, ਵੱਡੇ ਜੋਗੀ ਇਸ ਦੇ ਡੇਰੇ ਵਿੱਚ ਰਹਿੰਦੇ ਨੇ। ਇਸ ਦੇ ਡੇਰੇ ਵਿੱਚ ਗਏ। ਡੇਰੇ ਵਿੱਚ ਜਾ ਕੇ ਸਤਿਗੁਰਾਂ ਨੇ ਉਸੇ ਪਲੰਗ ਤੇ ਬੈਠੇ ਜੋਗੀਆਂ ਨੂੰ ਭਾਜੜ ਪੈ ਗਈ। ਜਿਹੜੇ ਪਲੰਗ ਵੱਲ ਕੋਈ ਦੇਖਦਾ ਨਹੀਂ ਸੀ, ਕੋਈ ਝਾਕਦਾ ਨਹੀਂ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਪਲੰਗ ਤੇ ਬੈਠ ਗਏ।
ਮਾਧੋ ਦਾਸ ਉਸ ਵਕਤ ਡੇਰੇ ਦੇ ਵਿੱਚ ਨਹੀਂ ਹੈ। ਤੇ ਗੁਰਮੁਖੋ ਜਦ ਇਸ ਦੇ ਚੇਲਿਆਂ ਨੇ ਜਾ ਕੇ ਦੱਸਿਆ, ਵਾਪਸ ਆਇਆ ਬੜੀ ਕਾਹਲੀ ਦੇ ਨਾਲ, ਬੜਾ ਗੁੱਸੇ ਦੇ ਨਾਲ ਭਰਿਆ ਪੀਤਾ ਵਾਪਸ ਆਇਆ। ਵਾਪਸ ਆ ਕੇ ਬੜੀਆਂ ਇਸਨੇ ਕੋਸ਼ਿਸ਼ਾਂ ਕੀਤੀਆਂ ਪਲਕ ਪਲਟਾਉਣ ਦੀਆਂ, ਪਰ ਫਿਰ ਸਤਿਗੁਰਾਂ ਦੇ ਜਾਹੋ ਜਲਾਲ ਨੂੰ ਤੱਕਿਆ, ਗੁਰੂ ਕੇ ਚਿਹਰੇ ਦੇ ਨੂਰ ਨੂੰ ਤੱਕਿਆ, ਗੁਰੂ ਕੇ ਚਿਹਰੇ ਦੀ ਖੁਸ਼ੀ ਮੁਸਕਰਾਹਟ ਨੂੰ ਤੱਕਿਆ। ਭਾਗਾਂ ਵਾਲਿਓ, ਗੁਰੂ ਦਾ ਚਿਹਰਾ ਦਗ ਦਗ ਕਰਦਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਦਰਸ਼ਨ ਕੀਤੇ ਤੇ ਗੁਰਮੁਖੋ ਨਿਹਾਲ ਹੋ ਗਿਆ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾਂ ਸਾਹਮਣੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਮੱਥਾ ਟੇਕ ਕੇ ਗੁਰੂ ਨੇ ਇਸ ਨੂੰ ਕਿਹਾ, ਗੁਰੂ ਨੂੰ ਕਹਿਣ ਲੱਗਾ, ਬਖਸ਼ ਲਓ, ਮੈਂ ਤੁਹਾਡਾ ਬੰਦਾ। ਤੇ ਸਤਿਗੁਰਾਂ ਨੇ ਕਿਹਾ, ਜੇ ਤੂੰ ਬੰਦਾ ਹੈ ਫਿਰ ਬੰਦਿਆਂ ਵਾਲੇ ਕੰਮ ਕਰ। ਸਤਿਗੁਰੂ ਨੇ ਗੁਰਮੁਖੋ ਦੋ ਸਿੱਖਾਂ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਇਆ, ਪਹਿਲੋ 5 ਪਿਆਰਿਆਂ ਨੂੰ, ਉਸ ਤੋਂ ਬਾਅਦ ਗੁਰਮੁਖੋ ਭਾਈ ਬੰਦਾ ਸਿੰਘ ਬਹਾਦਰ ਨੂੰ। ਇਸ ਦਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖ ਦਿੱਤਾ। ਇਸ ਦੀ ਬਹਾਦਰੀ ਨੂੰ ਵੇਖ ਕੇ ਗੁਰੂ ਪਾਤਸ਼ਾਹ ਜੀ ਨੇ ਇਸ ਦਾ ਨਾਮ ਬੰਦਾ ਸਿੰਘ ਬਹਾਦਰ ਰੱਖਿਆ। ਜਿਵੇਂ ਪਹਿਲੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਨਾਮ ਤਿਆਗਮਲ ਹੈ, ਤੇ ਗੁਰਮੁਖੋ 6ਵੇਂ ਗੁਰਦੇਵ ਜੀ ਨੇ 9ਵੇਂ ਗੁਰਦੇਵ ਦੇ ਜਾਹੋ ਜਲਾਲ ਨੂੰ ਤੱਕਿਆ, ਇਹਨਾਂ ਦੀ ਤਲਵਾਰ ਚਲਾਉਣ ਦੀ ਬਹਾਦਰੀ ਨੂੰ ਤੱਕਿਆ। ਸਤਿਗੁਰਾਂ ਨੇ ਤਿਆਗਮਲ ਤੋਂ ਨਾਮ ਇਹਨਾਂ ਦਾ ਤੇਗ ਬਹਾਦਰ ਰੱਖ ਦਿੱਤਾ। 6ਵੇਂ ਗੁਰਦੇਵ ਨੇ ਜਦੋਂ ਜੰਗ ਵਿੱਚ ਤਿਆਗਮਲ ਨੂੰ ਕਿਰਪਾਨ ਚਲਾਉਂਦਿਆਂ ਵੇਖਿਆ, ਜੋ ਬਾਅਦ ਵਿੱਚ 9ਵੇਂ ਗੁਰਦੇਵ ਬਣਦੇ ਨੇ, ਗੁਰੂ ਤੇਗ ਬਹਾਦਰ ਬਣਦੇ ਨੇ। ਸਤਿਗੁਰਾਂ ਨੇ ਕਿਰਪਾਨ ਦੇਖ ਕੇ ਜਾਹੋ ਜਲਾਲ ਇਹਨਾਂ ਦਾ ਦੇਖਿਆ, ਇਹਨਾਂ ਦੀ ਬਹਾਦਰੀ ਦੇਖੀ ਤੇ ਨਾਮ ਤੇਗ ਬਹਾਦਰ ਰੱਖ ਦਿੱਤਾ। ਇਸੇ ਤਰ੍ਹਾਂ ਇਹਨਾਂ ਦਾ ਨਾਮ ਜੋ ਅੰਮ੍ਰਿਤ ਛਕਣ ਤੋਂ ਬਾਅਦ ਗੁਰਬਖਸ਼ ਸਿੰਘ ਸੀ। ਤੇ ਭਾਗਾਂ ਵਾਲਿਓ, ਇਹਨਾਂ ਦੀ ਜੋ ਬਹਾਦਰੀ ਸੀ, ਬਹਾਦਰੀ ਨੂੰ ਤੱਕਿਆ, ਬਹਾਦਰੀ ਨੂੰ ਦੇਖਿਆ ਤੇ ਨਾਮ ਬਾਬਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਸਮਾਣੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਤੇ ਭਾਗਾਂ ਵਾਲਿਓ, ਜੋ ਧੱਕਾ ਕਰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਉਸ ਨੂੰ ਹੱਥੀਂ ਪੈਰੀ ਲੈ ਲੈਂਦਾ ਸੀ। ਤੇ ਭਾਗਾਂ ਵਾਲਿਓ, ਜੋ ਜ਼ਮੀਨਾਂ ਵਾਹ ਰਹੇ ਸਨ, ਜਿਤਨੀਆਂ ਜ਼ਮੀਨਾਂ ਸਨ, ਕਿਉਂਕਿ ਸਾਰੇ ਨੌਕਰਾਂ ਵਾਂਗੂ ਕੰਮ ਕਰਦੇ ਸਾਂ, ਜਿਤਨੀਆਂ ਜ਼ਮੀਨਾਂ ਵਾਹ ਰਹੇ ਸਾਂ, ਉਤਨੀਆਂ ਜ਼ਮੀਨਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੰਖੇਪ ਜਿਹਾ ਜੀਵਨ ਆਪਾਂ ਸਾਂਝਾ ਕੀਤਾ। ਆਓ ਰਲ ਮਿਲ ਕੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੇ ਜੋ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰੀਏ। ਸੰਖੇਪ ਰੂਪ ਰਲ ਮਿਲ ਕੇ ਵਿਚਾਰ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਖਸ਼ੀ, ਸਤਿਗੁਰਾਂ ਦੀ 42 ਸਾਲ ਦੀ ਉਮਰਾ ਹੈ। ਇੱਕ ਸੱਜਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਾਰੇ ਲਿਖਦਾ ਹੈ, ਕਹਿਣ ਲੱਗੇ, ਇੱਕ ਹੱਥ ਬਾਜ, ਦੂਜੇ ਹੱਥ ਘੋੜਾ, ਆਵਾਜ਼ ਵਾਟ ਬੜੀ ਲੰਮੀ, ਸਮਾਂ ਬੜਾ ਥੋੜਾ। 42 ਸਾਲ ਦੀ ਉਮਰਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੁਨੀਆ ਤੇ ਬਿਤਾਈ ਤੇ ਭਾਗਾਂ ਵਾਲਿਓ ਉਹ ਕੰਮ ਕਰ ਦਿੱਤੇ ਜਿਹੜਾ ਮਨੁੱਖ ਸਦੀਆਂ ਦੇ ਵਿੱਚ ਵੀ ਨਹੀਂ ਕਰ ਸਕਦਾ। ਸਤਿਗੁਰਾਂ ਨੇ ਮੁਗਲ ਰਾਜ ਦੀ ਜੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੱਟੀ, ਮੁਗਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਜਾਏ, ਸਰਦਾਰੀਆਂ ਸਾਨੂੰ ਦਿੱਤੀਆਂ, ਸਾਨੂੰ ਘੋੜਿਆਂ ਤੇ ਚੜਾਇਆ। ਗੁਰਮੁਖੋ, ਪੁਰਾਣੇ ਸਮੇਂ ਦੇ ਵਿੱਚ ਹੱਕ ਨਹੀਂ ਸੀ ਰਾਜਪੂਤਾਂ ਤੋਂ ਬਿਨਾ ਜਾਂ ਰਾਜਿਆਂ ਤੋਂ ਬਿਨਾ ਜਾਂ ਨਵਾਬਾਂ ਤੋਂ ਬਿਨਾ ਕੋਈ ਘੋੜੇ ਤੇ ਚੜ ਸਕੇ। ਜਿਹੜਾ ਪੱਗ ਬੰਨਦਾ ਸੀ ਉਸ ਨੂੰ ਸਿਰ ਦਾ ਤਾਜ ਕਿਹਾ ਜਾਂਦਾ ਸੀ। ਰਾਜਿਆਂ ਤੋਂ ਬਿਨਾ ਇਹ ਵੀ ਕੋਈ ਬੰਨ ਨਹੀਂ ਸੀ ਸਕਦਾ। ਸਤਿਗੁਰਾਂ ਨੇ ਸਾਨੂੰ ਸਰਦਾਰੀਆਂ ਦਿੱਤੀਆਂ, ਸਤਿਗੁਰਾਂ ਨੇ ਸਾਨੂੰ ਰਾਜ ਬਖਸ਼ੇ। ਹਰ ਇੱਕ ਕੱਲੇ ਮਨੁੱਖ ਨੂੰ ਗੁਰੂ ਨੇ ਸਰਦਾਰ ਬਣਾ ਦਿੱਤਾ। ਜੇ ਅਸੀਂ ਸੰਭਾਲੀਆਂ ਨਹੀਂ ਤੇ ਭਾਗਾਂ ਵਾਲਿਓ, ਇਹ ਸਾਡਾ ਕਸੂਰ ਹੈ। ਜੇ ਅਸੀਂ ਆਪਣੇ ਬੱਚਿਆਂ ਨੂੰ ਦੱਸ ਨਹੀਂ ਸਕੇ, ਅਸੀਂ ਇਹ ਪ੍ਰਚਾਰ ਨਹੀਂ ਸਕੇ, ਇਹ ਸਾਡਾ ਕਸੂਰ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਜਦ ਮਾਤਾ ਨੇ ਪੁੱਛਿਆ ਬੱਚੇ ਕਿੱਧਰ ਗਏ ਤੇ ਸਾਹਿਬਜ਼ਾਦੇ ਕਿੱਥੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨੰਦੇੜ ਸਾਹਿਬ ਦੀ ਧਰਤੀ ਤੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਕਹਿਣ ਲੱਗੇ, ਵੇਖ
ਤੂੰ ਚਾਰਾਂ ਨੂੰ ਕਹਿ ਰਹੀ ਹੈ, ਚਾਰਾਂ ਨੂੰ ਉਡੀਕ ਰਹੀ ਹੈ, ਮੈਂ ਤੇਰੀ ਝੋਲੀ ਦੇ ਵਿੱਚ ਹਜ਼ਾਰਾਂ ਪੁੱਤਰ ਪਾ ਦਿੱਤੇ, ਅੱਜ ਤੋਂ ਬਾਅਦ ਸਾਰੇ ਇਹ ਤੇਰੇ ਨੇ। ਤੇ ਭਾਗਾਂ ਵਾਲਿਓ ਸਾਡੇ ਵੱਲ ਗੁਰੂ ਨੇ ਹੱਥ ਕਰਕੇ ਕਿਹਾ ਸੀ, ਕਹਿਣ ਲੱਗੇ ਜਦੋਂ ਸਿੱਖ ਆਪਣੇ ਬੱਚੇ ਨੂੰ ਗੁਰੂ ਕੇ ਚਰਨਾਂ ਵਿੱਚ ਲੈ ਕੇ ਆਵੇਗਾ, ਦਮਾਲਾ ਸਿਰ ਤੇ ਚੜਾਇਆ ਹੋਵੇਗਾ, ਦਸਤਾਰ ਚੜਾਈ ਹੋਵੇਗੀ, ਦਸਤਾਰ ਸਜਾਈ ਹੋਵੇਗੀ, ਮੈਂ ਉਸ ਬੱਚੇ ਦੇ ਵਿੱਚੋਂ ਆਪਣੇ ਸਾਹਿਬਜ਼ਾਦਿਆਂ ਨੂੰ ਦੇਖਾਂਗਾ, ਉਹਨਾਂ ਬੱਚਿਆਂ ਦੇ ਵਿੱਚੋਂ ਸਾਹਿਬਜ਼ਾਦਿਆਂ ਨੂੰ ਤੱਕਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ੀ, 3 ਦਿਹਾੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਮਨਾਉਂਦੇ ਹਾਂ। ਜੋ ਇੱਕ ਪਹਿਲਾ ਪ੍ਰਕਾਸ਼ 1604 ਦੇ ਵਿੱਚ ਹੋਇਆ, ਸੰਪੂਰਨਤਾ ਦਿਵਸ ਜੋ ਸਤਿਗੁਰਾਂ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ, ਤਲਵੰਡੀ ਸਾਬੋ ਦੀ ਧਰਤੀ ਤੇ ਕਰਵਾਏ 1706 ਦੇ ਵਿੱਚ। ਤੇ ਭਾਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿਵਸ ਸਤਿਗੁਰਾਂ ਦਾ 1708 ਦੇ ਵਿੱਚ। ਇਹ ਕਈਆਂ ਨੂੰ ਇਹ ਗੱਲ ਬੜੀ ਟੁੱਭਦੀ ਹੈ 1604 ਦੇ ਵਿੱਚ ਫਿਰ ਪ੍ਰਕਾਸ਼ ਕਿਵੇਂ ਹੋਇਆ। 1604 ਦੇ ਵਿੱਚ ਭਾਗਾਂ ਵਾਲਿਓ ਜਦੋਂ 975 ਅੰਗ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦ ਬੀੜ ਲਿਖਵਾਈ, ਬੀੜ ਲਿਖਵਾਉਣ ਤੋਂ ਬਾਅਦ ਉਹ ਬੀੜ ਕਰਤਾਰਪੁਰ ਹੈ, ਅੱਜ ਵੀ ਮੌਜੂਦ ਹੈ। ਉਸ ਬੀੜ ਨੂੰ ਧੀਰ ਮੱਲੀਆਂ ਨੇ ਦਿੱਤਾ ਨਹੀਂ, ਕਹਿਣ ਲੱਗੇ ਜੇ ਗੁਰੂ ਆਪ ਇਤਨਾ ਸਮਰੱਥ ਹੈ ਤੇ ਆਪ ਬਾਣੀ ਲਿਖਵਾ ਲੇ, ਪੂਰਾ 1 ਸਦੀ ਦਾ ਸਮਾਂ ਹੈ, 24 ਘੰਟਿਆਂ ਦਾ ਨਹੀਂ ਭਾਗਾਂ ਵਾਲਿਓ, ਪੂਰਾ 102 ਸਾਲ ਬਣਦੇ ਨੇ, 1 ਸਦੀ ਦਾ ਸਮਾਂ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਗਾਇਆ, ਬਾਬਾ ਦੀਪ ਸਿੰਘ ਦੀ ਨਿਗਰਾਨੀ ਦੇ ਵਿੱਚ ਇਹ ਸਾਰਾ ਕਾਰਜ ਹੋਇਆ। ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ 1604 ਵਿੱਚ ਹੋਇਆ ਤੇ ਉਸ ਤੋਂ ਬਾਅਦ ਜੋ ਸਤਿਗੁਰਾਂ ਨੇ ਸੰਪੂਰਨਤਾ ਕਰਵਾਈ, ਪਹਿਲੋਂ 30 ਰਾਗ ਨੇ, 31ਵਾਂ ਰਾਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਰਜ ਕੀਤਾ। ਤੇ ਭਾਗਾਂ ਵਾਲਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਰਾਗਾਂ ਦੇ ਵਿੱਚ ਦਰਜ ਕੀਤੀ। 31ਵਾਂ ਰਾਗ ਦਰਜ ਕਰਕੇ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 1706 ਦੇ ਵਿੱਚ ਹੋਈ। ਜੋ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਪ੍ਰਕਾਸ਼ ਨੇ, ਜਿਹੜੇ ਸਰੂਪ ਨੇ, ਭਾਗਾਂ ਵਾਲਿਓ ਜਦੋਂ ਅਸੀਂ ਆਰੰਭ ਕਰਦੇ ਹਾਂ, ਆਰੰਭਤਾ ਦੇ ਅੰਗਾਂ ਤੇ ਲਿਖਿਆ ਹੁੰਦਾ ਹੈ ਦਮਦਮੀ ਬੀੜ ਦਾ ਉਤਾਰਾ। ਉਸੇ ਬੀੜ ਦੇ ਇਹ ਉਤਾਰੇ ਨੇ ਸਤਿਗੁਰਾਂ ਨੇ। ਫਿਰ ਉਹ 4 ਜੋ ਤਖਤ ਸਨ, ਬਾਬਾ ਬੁੱਢਾ ਜੀ ਦੀ, ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਗਾਈ ਗਈ। 4 ਤਖਤਾਂ ਤੇ ਬਾਬਾ ਦੀਪ ਸਿੰਘ ਨੇ ਉਤਾਰੇ ਕਰਾ ਕੇ 4 ਤਖਤਾਂ ਤੇ ਉਹ ਗੁਰੂ ਗ੍ਰੰਥ ਸਾਹਿਬ ਭੇਜੇ, 4 ਸਰੂਪ ਭੇਜੇ। ਤੇ ਭਾਗਾਂ ਵਾਲਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਅੰਮ੍ਰਿਤ ਬਾਣੀ ਆਪਣੇ ਮੁਖ ਦੇ ਵਿੱਚੋਂ ਉਚਾਰਨ ਕੀਤੀ, ਸਾਰੀ ਬਾਣੀ ਲਿਖਵਾਈ। ਤੇ ਜਦੋਂ ਬਾਣੀ ਦੀ ਸੰਪੂਰਨਤਾ ਹੋ ਗਈ, ਜੋ ਸਿਆਹੀ ਵਧੀ, ਸਿਆਹੀ ਵਧਣ ਤੋਂ ਬਾਅਦ ਜਿਸ ਜਗ੍ਹਾ ਤੇ ਗੁਰੂ ਨੇ ਲਿਖਣਸਰ ਸਾਹਿਬ ਉਸ ਗੁਰੂ ਘਰ ਦਾ ਨਾਮ ਰੱਖਿਆ ਹੈ, ਤੇ ਭਾਗਾਂ ਵਾਲਿਓ ਜਿਸ ਜਗ੍ਹਾ ਤੇ ਗੁਰੂ ਨੇ ਬਾਣੀ ਲਿਖਵਾਈ ਉਹ ਸਿਆਹੀ ਵੀ ਗੁਰੂ ਨੇ ਪਾ ਦਿੱਤੀ, ਕਲਮਾਂ ਵੀ ਉਸ ਸਰੋਵਰ ਦੇ ਵਿੱਚ ਪਾ ਦਿੱਤੀਆਂ ਤੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਜਿਹੜਾ ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ, ਤੇ ਭਾਗਾਂ ਵਾਲਿਓ ਬੱਚੇ ਆ ਕੇ ਇਸ ਜਗ੍ਹਾ ਤੇ 35 ਲਿਖਿਆ ਕਰਨਗੇ ਤੇ ਗੁਰੂ ਦੀਆਂ ਬਖਸ਼ਾਂ ਉਹਨਾਂ ਤੇ ਵਰਸਣਗੀਆਂ। 1706 ਦੇ ਵਿੱਚ ਇਹ ਬਖਸ਼ਿਸ਼ ਹੋਏ। ਸਤਿਗੁਰੂ ਜੀ ਨੰਦੇੜ ਸਾਹਿਬ ਵੱਲ ਜਾਂਦੇ ਨੇ। ਬੰਦਾ ਸਿੰਘ ਬਹਾਦਰ ਦਾ ਵੀ ਇਤਿਹਾਸ ਉਸ ਵਕਤ ਹੀ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਖਸ਼ਾਂ ਇਸ ਤੇ ਕਰਦੇ ਨੇ, ਆਪਣੇ ਹੱਥੀਂ ਅੰਮ੍ਰਿਤ ਛਕਾਉਂਦੇ ਨੇ। ਸਤਿਗੁਰੂ ਜੀ ਨੰਦੇੜ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ। ਨੰਦੇੜ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਭਾਗਾਂ ਵਾਲਿਓ ਜਦੋਂ ਅੰਤਲਾ ਸਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆ ਗਿਆ, ਸਤਿਗੁਰੂ ਜੀ ਕਹਿਣ ਲੱਗੇ, ਸਿੱਖੋ ਸਰੀਰ ਕਰਕੇ ਮੈਨੂੰ ਇਸ ਦੁਨੀਆ ਤੋਂ ਜਾਣਾ ਪਵੇਗਾ, ਪਰ ਸ਼ਬਦ ਕਰਕੇ ਮੈਂ ਤੁਹਾਡੇ ਵਿੱਚ ਸਦਾ ਮੌਜੂਦ ਰਵਾਂਗਾ। ਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਡੇ ਦੀਦਾਰ ਕਰਨੇ ਹੋਣ ਕਿਵੇਂ ਦਰਸ਼ਨ ਹੋਣਗੇ? ਪਾਤਸ਼ਾਹ ਜੀ ਕਹਿਣ ਲੱਗੇ, ਸਿੱਖੋ ਦੀਦਾਰ ਕਰਨੇ ਹੋਣ ਤਾਂ ਇਸ ਤਰ੍ਹਾਂ ਕਰਿਓ, ਪਿਆਰ ਦੇ ਨਾਲ ਅੰਮ੍ਰਿਤ ਬਾਣੀ ਪੜ੍ਹਿਓ। ਜਦੋਂ ਪਿਆਰ ਦੇ ਨਾਲ ਪੜੋਗੇ ਤੁਹਾਡੇ ਹਿਰਦੇ ਵਿੱਚੋਂ, ਸ਼ਬਦ ਵਿੱਚੋਂ ਤੁਹਾਨੂੰ ਗੁਰੂ ਕੇ ਦੀਦਾਰ ਹੋਣਗੇ।
ਸ਼ਬਦ ਵਿੱਚੋਂ ਗੁਰੂ ਕੇ ਦੀਦਾਰ ਹੋਣਗੇ। ਸਿੱਖਾ ਤਿਆਰ ਬਰ ਤਿਆਰ ਹੋ ਕੇ ਪਿਆਰ ਦੇ ਨਾਲ ਬਾਣੀ ਪੜ੍ਹੀ। ਗੁਰੂ ਕੇ ਸ਼ਬਦ ਵਿੱਚੋਂ 35 ਮਹਾਂਪੁਰਸ਼ਾਂ ਦੇ ਦੀਦਾਰ ਹੋਣਗੇ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਦਰਸ਼ਨ ਕਰਨੇ ਹੋਣ, ਗੁਰੂ ਨੇ ਉਸ ਵਕਤ ਕਿਹਾ, ਕਹਿਣ ਲੱਗੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਸਾਰਾ ਪੰਥ ਮੇਰਾ ਸਰੀਰ ਹੈ। ਅੱਜ ਤੋਂ ਬਾਅਦ 10 ਗੁਰੂ ਸਾਹਿਬਾਨਾਂ ਦੀ ਆਤਮਾ, 10 ਗੁਰੂ ਸਾਹਿਬਾਨਾਂ ਦੀ ਜੋਤ, 15 ਭਗਤ, 11 ਭੱਟ, 4 ਗੁਰਸਿੱਖ, ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮੌਜੂਦ ਨੇ। ਜਦੋਂ ਗੁਰੂ ਕੇ ਸਿੱਖ ਨੇ ਦੀਦਾਰ ਕਰਨੇ ਹੋਣ, ਦਰਸ਼ਨ ਕਰਨੇ ਹੋਣ, ਪਿਆਰ ਦੇ ਨਾਲ ਬਾਣੀ ਪੜ੍ਹੀ, ਤੈਨੂੰ ਗੁਰੂ ਕੇ ਦੀਦਾਰ ਹੋ ਜਾਣਗੇ। ਤੇ ਭਾਗਾਂ ਵਾਲਿਓ, ਸਤਿਗੁਰਾਂ ਨੇ ਜੋ ਵਿਧੀ ਸੀ, ਜਿਸ ਵਿਧੀ ਮੁਤਾਬਕ ਗੁਰਤਾ ਗੱਦੀ ਬਖਸ਼ੀ ਜਾਂਦੀ ਸੀ, ਉਹ ਜੋ ਚਿੰਨ੍ਹ ਸਨ 5 ਪੈਸੇ ਨਾਰੀਅਲ ਥਾਲੀ ਦੇ ਵਿੱਚ ਰੱਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਸਤਿਗੁਰਾਂ ਨੇ ਕੇਵਲ 2 ਜਗ੍ਹਾ ਗੁਰੂ ਦਾ ਸਿਰ ਝੁਕਿਆ, ਹੋਰ ਗੁਰਮੁਖੋ ਕਿਤੇ ਸਿਰ ਨਹੀਂ ਝੁਕਿਆ। ਪਹਿਲੋਂ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ 5 ਪਿਆਰਿਆਂ ਅੱਗੇ ਗੁਰੂ ਆਪ ਝੁਕੇ, ਤੇ ਉਸ ਤੋਂ ਬਾਅਦ ਭਾਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦੋਂ ਗੁਰਤਾ ਗੱਦੀ ਬਖਸ਼ੇ 1708 ਦੇ ਵਿੱਚ, ਸਤਿਗੁਰੂ ਜੀ ਦੂਸਰੀ ਵਾਰ ਇੱਥੇ ਝੁਕੇ। ਹਰ ਇੱਕ ਗੁਰੂ ਸਰੀਰ ਨੇ ਗੁਰਮੁਖੋ ਗੁਰਤਾ ਗੱਦੀ ਬਖਸ਼ਣ ਤੋਂ ਬਾਅਦ 5 ਦਿਨ ਸੰਗਤ ਵਿੱਚ ਬੈਠ ਕੇ ਗੁਰੂ ਕੇ ਬੋਲ ਸੁਣਦੇ ਰਹੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ। ਸਰੀਰ ਛੱਡਣ ਤੋਂ ਪਹਿਲੋਂ 5 ਦਿਨ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਸੁਣਦੇ ਰਹੇ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ੀ। 5 ਦਿਨ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਸੁਣਦੇ ਰਹੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਸੰਗਤ ਵਿੱਚ ਬੈਠ ਗਏ। ਸਤਿਗੁਰਾਂ ਨੇ ਉਸ ਵਕਤ ਸਾਨੂੰ ਹੁਕਮ ਲਾਗੂ ਕਰ ਦਿੱਤਾ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰਾਂ ਨੇ ਕਹਿ ਦਿੱਤਾ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ ਸਿੱਖਾ। ਅੱਜ ਤੋਂ ਬਾਅਦ ਤੈਨੂੰ ਆਗਿਆ ਹੈ, ਅੱਜ ਤੋਂ ਬਾਅਦ ਗੁਰੂ ਕਾ ਹੁਕਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾ ਕਿਸੇ ਅੱਗੇ ਝੁਕਣਾ ਨਹੀਂ। ਸਤਿਗੁਰੂ ਜੀ ਕਹਿਣ ਲੱਗੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ, ਸੇਵਕ ਜਨ ਮਾਨੈ, ਸੇਵਕ ਦਾ ਫਰਜ਼ ਹੈ ਮੰਨ ਲੈਣਾ। ਤੇ ਸਾਹਿਬ ਕਹਿ ਰਹੇ ਹਨ, ਪ੍ਰਤੱਖ ਗੁਰੂ ਨਿਸਤਾਰੇ। ਪਾਤਸ਼ਾਹ ਜੀ ਰਹਿਮਤ ਕਰਨ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਨਮ ਦਿਹਾੜੇ ਦੀਆਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਆਪ ਸਰਬੱਤ ਸੰਗਤਾਂ ਅਤੇ ਸਤਿਗੁਰੂ ਜੀ ਬਖਸ਼ਣਯੋਗ ਹਨ, ਬਖਸ਼ ਲੈਣਾ। ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰਿਆ ਕਰੋ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪ ਜੁੜੋ। ਆਪਣੇ ਬੱਚਿਆਂ, ਸੰਗੀਆਂ, ਸਾਥੀਆਂ